राम सिमर पछताएगा मन। ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਸਾਨੂੰ ਬਹੁਤ ਸਾਰੇ ਰੰਗ ਪ੍ਰਾਪਤ ਹੁੰਦੇ ਨੇ। ਬੜਾ ਸਾਰਾ ਉਪਦੇਸ਼ ਉਹਨਾਂ ਦੇ ਜੀਵਨ ਤੋਂ ਪ੍ਰਾਪਤ ਹੁੰਦਾ ਹੈ, ਬੜਾ ਇੱਕ ਸੰਘਰਸ਼ ਵੀ ਹੈ ਉਹਨਾਂ ਦੇ ਜੀਵਨ ਦੇ ਵਿੱਚ, ਤੇ ਬੜੀ ਸਾਰੀ ਰਹਿਮਤ ਵੀ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਉਸ ਦੇ ਦਰਸ਼ਨ ਹੁੰਦੇ ਨੇ। ਪਰ ਮੂਲ ਰੂਪ ਦੇ ਵਿੱਚ ਕਿਉਂਕਿ ਭਗਤ ਦੀ ਅਸਲੀ ਜਿਹੜੀ ਕਮਾਈ ਹੈ ਉਹ ਬੰਦਗੀ ਹੁੰਦੀ ਹੈ, ਤੇ ਭਗਤੀ ਕਰਨ ਦੇ ਵਾਸਤੇ, ਬੰਦਗੀ ਕਰਨ ਵਾਸਤੇ ਬਾਰ-ਬਾਰ ਭਗਤ ਜੀ ਸਾਨੂੰ ਪ੍ਰੇਰਦੇ ਨੇ। ਸੋ ਅੱਜ ਕੁਝ ਇਸੇ ਹੀ ਪਰਥਾਏ ਹੋਰ ਵਿਚਾਰਾਂ ਕਰਨ ਦੇ ਵਾਸਤੇ ਸਾਡੇ ਨਾਲ ਦਿੱਲੀ ਤੋਂ ਸਰਦਾਰ ਤਰਿੰਦਰ ਸਿੰਘ ਜੀ ਜੁੜੇ ਨੇ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ GK2 ਦੇ ਪ੍ਰਧਾਨ ਨੇ, ਉੱਥੋਂ ਦੀ ਕਮੇਟੀ ਦੇ। ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਧਰਮ ਪ੍ਰਚਾਰ ਕਮੇਟੀ 'ਚ ਵੀ ਬੜੀ ਅਹਿਮ ਜ਼ਿੰਮੇਵਾਰੀ ਨਿਭਾ ਰਹੇ ਨੇ। ਤੇ ਵੱਡੀ ਗੱਲ ਹੈ ਕਿ ਇਹਨਾਂ ਦੇ ਮਨ ਦੇ ਵਿੱਚ ਹਰ ਵਕਤ ਇੱਕ ਭਾਵਨਾ ਰਹਿੰਦੀ ਹੈ ਕਿ ਗੁਰੂ ਸਾਹਿਬ ਜੀ ਦੀ ਜਿਹੜੀ ਗੱਲ ਹੈ ਉਹ ਦੁਨੀਆ ਤੱਕ ਵੱਧ ਤੋਂ ਵੱਧ ਪਹੁੰਚੇ। ਇੱਕ ਬੜਾ ਜਜ਼ਬਾ ਹੈ। ਸੋ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ, ਇਹ ਜੋ ਭਗਤ ਕਬੀਰ ਜੀ ਦੇ ਅਸੀਂ ਇਹ ਲੜੀਵਾਰ ਵਿਚਾਰਾਂ ਕਰਦੇ ਪਏ, ਉਹਨਾਂ ਦੇ ਜੀਵਨ ਸੰਬੰਧੀ, ਉਹਨਾਂ ਦੀ ਬਾਣੀ ਦੇ ਵਿੱਚੋਂ ਆਪਾਂ ਪ੍ਰਮਾਣ ਲੈ ਕੇ, ਤੇ ਅੱਜ ਜੋ ਅਸੀਂ ਵਿਚਾਰ ਕਰਨ ਦਾ ਵਿਸ਼ਾ ਲਿਆ ਉਹ ਬੰਦਗੀ ਹੈ। ਸਿਮਰਨ ਦੇ ਪਰਥਾਏ ਜੋ ਭਗਤ ਜੀ ਨੇ ਬਾਰ-ਬਾਰ ਸਾਨੂੰ ਉਪਦੇਸ਼ ਦਿੱਤਾ, ਅਸੀਂ ਚਾਹਾਂਗੇ ਕਿ ਉਸ ਦੀ ਵਿਚਾਰ ਆਪ ਜੀ ਸਾਡੇ ਨਾਲ ਅੱਜ ਖੁੱਲ ਕੇ ਕਰੋ ਜੀ। ਸਰਬਤ ਸਤ ਸੰਗਤ ਨੂੰ ਮੇਰੇ ਵੱਲੋਂ ਗੁਰੂ ਫਤਿਹ ਦੀ ਸਾਂਝ ਹੋਵੇ ਜੀ। ਤੁਸੀਂ ਬਹੁਤ ਵਧੀਆ ਸਬਜੈਕਟ ਦੇ ਉੱਤੇ ਅੱਜ ਵਿਚਾਰ ਕਰਨ ਵਾਸਤੇ ਮੈਨੂੰ ਮੌਕਾ ਦਿੱਤਾ ਹੈਗਾ ਕਿ ਭਗਤ ਕਬੀਰ ਜੀ ਦਾ, ਜਿਸਦਾ ਤੁਸੀਂ ਸਭ ਤੋਂ ਪਹਿਲੇ ਪ੍ਰਥਮ ਆਪਣੇ ਆਰੰਭਿਕ ਵਿਚਾਰ ਦੱਸੀ ਕਿ ਬੜੇ ਬਾਕਮਾਲ ਦਾ ਉਹਨਾਂ ਦਾ ਜੀਵਨ ਸੀ। ਜੀ ਜੀ, ਇਹਦੇ 'ਚ ਕੋਈ ਦੋਰਾ ਨਹੀਂ ਹੈਗਾ ਕਿ ਭਗਤ ਕਬੀਰ ਜੀ ਦਾ ਜੀਵਨ ਆਦਿ ਤੋਂ ਲੈ ਕੇ ਅੰਤ ਤੱਕ, ਜੇ ਸ਼ੁਰੂਆਤ ਦੀ ਉਹਦੀ ਲਾਈਫ ਦੀ ਗੱਲ ਕਰੀਏ, ਕਿਸੇ ਬ੍ਰਾਹਮਣੀ ਦੁਆਰਾ ਉਹਨਾਂ ਦਾ ਜਨਮ ਹੋਣਾ, ਤੇ ਨੀਰਾ ਤੇ ਨੀਮੋ ਦੇ ਘਰ ਉਹਦਾ ਜਨਮ ਹੋਇਆ, ਗੰਗਾ ਦੇ ਤੱਟ ਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਜੀਵਨ ਦੇ ਵਿੱਚ ਇੱਕ ਐਸੀ ਸਟਰਗਲ, ਔਰ ਉਹ ਹਮੇਸ਼ਾ ਸੱਚ ਤੇ ਇਹ ਹੈ ਕਿ ਜਿਸ ਘਰ ਦੇ ਵਿੱਚ ਪੱਲੇ ਵੱਡੇ ਹੋਏ ਔਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੰਪਰੋਮਾਈਜ਼ ਕਿਤੇ ਵੀ ਨਹੀਂ ਕੀਤਾ ਜੀ, ਔਰ ਅਖੀਰ ਵਿੱਚ ਵੀ ਉਹਨਾਂ ਨੂੰ ਕਾਸ਼ੀ ਤੋਂ ਮਰਗਰ ਭੇਜ ਦਿੱਤਾ ਕਿ ਜਿਹੜਾ ਮਰਗਰ ਜਾਏਗਾ ਤੇ ਉਹਦਾ ਜਨਮ ਜਿਹੜਾ ਹੋਏਗਾ ਉਹ ਸੱਚਖੰਡ ਵਿੱਚ ਨਹੀਂ ਹੋਏਗਾ। ਪਰ ਮੇਰੇ ਕਹਿਣ ਤੋਂ ਭਾਵ ਇਹ ਕਿ ਜਿੱਥੇ ਕਬੀਰ ਜੀ ਨੇ ਇੱਕ ਆਵਾਜ਼ ਉਠਾਈ ਜੀ, ਉਹ ਹਿੰਦੂ ਦੇ ਧਰਮ ਦੇ ਬਾਰੇ ਹੋਵੇ ਜਾਂ ਮੁਸਲਮਾਨਾਂ ਦੇ ਧਰਮ ਦੇ ਪ੍ਰਤੀ ਹੋਵੇ, ਉਹਨਾਂ ਨੇ ਇੱਕ ਸੱਚ ਦੀ ਗੱਲ ਤੇ ਸੱਚ ਦੀ ਆਵਾਜ਼ ਉਠਾਈ ਜੀ। ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਇੱਕ ਬੜੀ ਸੋਹਣੀ ਗੱਲ ਕਹੀ ਹੈ ਕਿ ਜੈ ਮਾਰਗ ਪੰਡਤ ਗਏ ਪਾਛੇ ਪਰੇ ਵਹੀਰ, ਇੱਕ ਔਗਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਜੀ ਜੀ, ਕਬੀਰ ਜੀ ਪਰੰਪਰਾਵਾਦੀ ਦੇ ਉੱਤੇ ਕੋਈ ਭਰੋਸਾ ਨਹੀਂ ਸੀ ਕਰਦੇ, ਕੋਈ ਸਤਵਾਦੀ ਸਨ ਤੇ ਹਮੇਸ਼ਾ ਸੱਚ ਦੇ ਉੱਤੇ ਉਹਨਾਂ ਨੇ ਪੈਰਾ ਕੀਤਾ ਜੀ। ਤੇ ਗੁਰਪ੍ਰੀਤ ਜੀ, ਜੇ ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹੋ, ਉਹਨਾਂ ਨੇ ਬੜੀ ਜ਼ਬਰਦਸਤ ਤਾੜਨਾ ਕੀਤੀ, ਔਰ ਜਿਸ ਘਰ ਤੇ ਪਰਿਵਾਰ ਤੇ ਜਿਸ ਹਾਲਾਤ ਦੇ ਵਿੱਚ ਉਹ ਵੱਡੇ ਪੱਲੇ ਹੋਏ ਔਰ ਜਿਸ ਹਾਲਾਤ ਦੇ ਵਿੱਚ ਉਹ ਚੱਲਦੇ ਰਹੇ, ਨਾ ਤੇ ਉਹਨਾਂ ਦੇ ਕੋਲ ਕੋਈ ਤਾਜ ਫੌਜ ਸੀ, ਨਾ ਉਹਦੇ ਕੋਲ ਤਖਤ ਸੀ, ਨਾ ਕੋਈ ਰਾਜੇ ਮਹਾਰਾਜੇ ਵਰਗੇ ਉਹਨਾਂ ਦੇ ਕੋਲ ਪਿੱਛੇ ਉਹਦੇ ਪੈਰੋਕਾਰ ਸਨ। ਪਰ ਕਬੀਰ ਜੀ ਨੇ ਜਿਹੜੀ ਗੱਲ ਤੇ ਆਵਾਜ਼ ਉਠਾਈ, ਜਦੋਂ ਸੱਚ ਦੀ ਗੱਲ ਕਰਦੇ ਸਨ ਤੇ ਸੱਚ ਜਾਣੋ, ਸਾਰੇ ਥਰ ਥਰ ਕੰਬਦੇ ਸਨ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੰਦਰ ਕਾਦੇ ਵਾਸਤੇ ਤੇ ਮਸਜਿਦ ਕਾਦੇ ਵਾਸਤੇ। ਅਸਲ ਮੰਦਰ ਤੇ ਮਨੁੱਖ ਦੇ ਅੰਦਰ ਹੀ ਹੈ, ਮਸਜਿਦ ਤੇ ਇਨਸਾਨ ਦੇ ਅੰਦਰ ਹੀ ਹੈ। ਅੰਦਰ ਇੱਕ ਵਾਰ ਖੋਜ ਬੰਦੇ, ਖੋਜ ਹਰ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ ਜੀ। ਜੇ ਸ਼ਬਦ ਤੇ ਅਸੀਂ ਪੂਰੀ ਵਿਚਾਰ ਕਰੀਏ, ਯਕੀਨ ਕਰੋ ਪੂਰਾ ਕ੍ਰਾਂਤੀਕਾਰੀ ਸ਼ਬਦ ਹੈ
ਕਿ ਅੱਲਾ ਪਾਕੰ ਪਾਕ ਹੈ ਸ਼ੱਕਰੋਂ ਕੇ ਦੂਸਰ ਹੋਏ। ਜਿੱਥੇ ਉਹ ਮੁਸਲਮਾਨ ਦੇ ਧਰਮ ਦੇ ਉੱਤੇ ਉਹਨਾਂ ਨੇ ਆਵਾਜ਼ ਉਠਾਈ, ਉੱਥੇ ਹਿੰਦੂ ਧਰਮ ਦੇ ਪ੍ਰਤੀ ਵੀ ਉਹਨਾਂ ਨੇ ਬੜੀ ਜ਼ਬਰਦਸਤ ਆਵਾਜ਼ ਉਠਾਈ। ਜੀ ਜੀ। ਤਾਂ ਮੇਰੇ ਕਹਿਣ ਤੋਂ ਮੁਰਾਦ ਇਹ ਕਿ ਜਦੋਂ ਕਬੀਰ ਜੀ ਦੇ ਆਗਮਨ ਹੋਇਆ ਤੇ ਉਹਨਾਂ ਨੇ ਇਸ ਆਗਮਨ ਕਾਲ ਦੇ ਉੱਤੇ ਹੀ ਸਾਰੇ ਮਨੁੱਖਤਾ ਨੂੰ ਇੱਕ ਸੱਚ ਦੀ ਆਵਾਜ਼, ਸੱਚਾਈ, ਪਰਮ, ਭੁਲੇਖੇ, ਵਹਿਮ, ਕਰਮ ਕਾਂਡ, ਇਹਨਾਂ ਗੱਲਾਂ ਤੋਂ ਵਰਜਿਆ ਤੇ ਉਹਨਾਂ ਨੂੰ ਹਮੇਸ਼ਾ ਇੱਕ ਹਕੀਕਤ ਤੇ ਸੱਚ ਦੀ ਗੱਲ ਨੂੰ ਸਮਝਣ ਵਾਸਤੇ ਉਹਨਾਂ ਨੇ ਬੜਾ ਜ਼ਬਰਦਸਤ ਪ੍ਰਚਾਰ ਕੀਤਾ ਔਰ ਉਹਦੇ ਤੇ ਪ੍ਰਭਾਵ ਉਠਾਇਆ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ। ਤੁਸੀਂ ਅੰਦਾਜ਼ਾ ਲਾਓ ਇਸ ਸ਼ਬਦ ਉੱਤੇ ਜੇ ਬੰਦਾ ਗਹਿਰੀ ਵਿਚਾਰ ਕਰੇ ਕਿ ਹਮੇਸ਼ਾ ਪਰਮਾਤਮਾ ਦੀ ਕਸੌਟੀ ਤੇ ਝੂਠ ਨਹੀਂ ਚੱਲਦਾ, ਇੱਥੇ ਤੇ ਹਮੇਸ਼ਾ ਸੱਚ ਹੀ ਚੱਲਦਾ ਹੈ। ਸੱਚ ਪਰਮਾਤਮਾ ਤੇ ਪਰਮਾਤਮਾ ਦੇ ਸਿਮਰਨ ਨਾਲ ਜੁੜਦਾ ਹੈ। ਉਹੀ ਸੱਚ ਨਿਬੜੇ ਚੁਣ ਵਕ ਕੱਢੇ ਜਜਮਾਲਿਆ, ਹਾਂ ਕੂੜੇ ਯਾਰ ਮੂੰਹ ਕਾਲੇ ਦੋਜ ਇੱਕ ਚੱਲਿਆ, ਹਾਂ ਤੇਰੇ ਨਾਏ ਰਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ। ਸੋ ਗੱਲ ਜੇ ਆਪਾਂ ਇਹ ਗੱਲ ਵਿਚਾਰਧਾਰਾ ਦੀ ਗੱਲ ਕਰੀਏ ਤੇ ਕਿਉਂਕਿ ਰੱਬ ਦੀ ਗੱਲ ਹੈ ਨਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੇ ਐਸਰਾ ਕੜੀ ਗਿਆਨ ਵੇ ਲਾ ਲਓ। ਤੇ ਭਗਤ ਕਬੀਰ ਜੀ ਵੀ ਕਹਿ ਰਹੇ ਨੇ ਕਿ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਸੋ ਇਹ ਗੱਲ ਤਾਂ ਉਸ ਬ੍ਰਹਮ ਦੀ ਹੈ ਤੇ ਸੱਚ ਦੀ ਗੱਲ ਜਿਹੜੀ ਹੈ। ਬਿਲਕੁਲ। ਦੇਖੋ ਜੇ ਅਸੀਂ ਜੁੜਨ ਦੀ ਗੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੇ ਉੱਪਰ ਅਸੀਂ ਵਿਚਾਰ, ਜਦਾਂ ਤੁਸੀਂ ਕਿਹਾ ਜੈਸੇ ਮੈਂ ਆਵੇ ਖਸਮ ਕੀ ਬਾਣੀ, ਜੀ ਜੀ, ਪਰਮਾਤਮਾ ਦੀ ਬਾਣੀ ਆਈ ਤੇ ਮੈਂ ਆਪਣੇ ਜ਼ਬਾਨ ਤੋਂ ਉਚਾਰਨ ਕਰਨਾ ਹੂ ਬਹੂ ਜੀ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਵੀ ਉਚਾਰਨ ਕੀਤਾ ਹੈ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜੀ ਇਹ ਪਰਮਾਤਮਾ ਦੇ ਤੁਰ ਦਰਗਾਹ ਤੋਂ ਆਈ ਹੈ। ਕਹਿ ਨਾਨਕ ਸਦਾ ਗਾਓ ਇਹ ਸੱਚੀ ਬਾਣੀ। ਜੀ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜੀ। ਤੇ ਕਬੀਰ ਜੀ ਨੇ ਗੱਲ ਕੀਤੀ ਕਿ ਤੁਸੀਂ ਇਸ ਬਾਣੀ ਨੂੰ ਗੀਤ ਨਾ ਸਮਝੋ, ਇਹ ਤੇ ਪਰਮਾਤਮਾ ਦੀ ਵਿਚਾਰ ਹੈ। ਜੀ ਦੇਖੋ ਮੈਂ ਜਿਹੜੀ ਗੱਲ ਤੋਂ ਸ਼ੁਰੂਆਤ ਕੀਤੀ ਕਿ ਉਹਨਾਂ ਦਾ ਪ੍ਰਚਾਰ ਹਿੰਦੂ ਤੇ ਮੁਸਲਮਾਨਾਂ ਵਾਸਤੇ ਬਰਾਬਰ ਰਿਹਾ, ਉਹਨਾਂ ਨੇ ਜਿਹੜੀ ਗੱਲ ਉਠਾਈ ਹੈ, ਜੇ ਸੱਚਾਈ ਨਾਲ ਤੇ ਇਹ ਦੱਸਾਂ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਨਾ ਮੈਂ ਹਿੰਦੂ ਹਾਂ ਤੇ ਨਾ ਮੈਂ ਮੁਸਲਮਾਨ ਹਾਂ, ਮੈਂ ਤੇ ਇੱਕ ਪਰਮਾਤਮਾ ਦਾ ਸੁਨੇਹਾ ਲੈ ਕੇ ਆਇਆ। ਤੇ ਕਬੀਰ ਜੀ ਨੇ ਵੀ ਉਸੇ ਤਰ੍ਹਾਂ ਆਪਣੇ ਜੀਵਨ ਕਾਲ ਦੇ ਵਿੱਚ ਜਿਨ੍ਹਾਂ ਦਾ ਆਗਮਨ 1455 ਈਸਵੀ ਚ ਹੋਇਆ ਹੈ, ਤੇ ਉਦੋਂ ਹੀ ਭਗਤ ਕਬੀਰ ਜੀ ਨੇ ਆਪਣਾ ਪ੍ਰਚਾਰ ਸਾਰੀ ਮਨੁੱਖਤਾ ਵਾਸਤੇ ਦੱਸਿਆ ਜੀ। 1455 ਜਿਹੜੀ ਆ ਇਹ ਬਿਕਰਮੀ ਹੈ ਜੀ। ਹਾਂਜੀ ਬਿਕਰਮੀ ਜੀ ਜੀ। ਉਹਨਾਂ ਨੇ ਕਿਹਾ ਨਾ ਤੁਰਕ ਤਰੀਕਕ ਜਾਣੀਏ ਹਿੰਦੂ ਵੇਦ ਪੁਰਾਣ, ਮਨ ਸਮਝਾਉਣ ਕਾਰਣੇ ਕਛੁਕ ਪੜੀਏ ਗਿਆਨ। ਜੀ ਮਨ ਨੂੰ ਸਮਝਾਉਣ ਵਾਸਤੇ ਪ੍ਰਮਾਤਮਾ ਦਾ ਗਿਆਨ ਲਾਜ਼ਮੀ ਹੈ। ਜੀ ਹਿੰਦੂ ਵੇਦ ਪੁਰਾਣ ਕਹਿੰਦਾ ਤੁਰਕ ਤਰੀਕਕ ਜਾਣੀਏ, ਹਿੰਦੂ ਵੇਦ ਪੁਰਾਣ। ਮੁਸਲਮਾਨਾਂ ਨੂੰ ਤਰੀਕਤ ਸਮਝਣਾ ਚਾਹੀਦਾ ਹੈ, ਸ਼ਰੀਅਤ ਬਾਰੇ ਸਭ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ। ਹਿੰਦੂ ਵੇਦ ਪੁਰਾਣ, ਹਿੰਦੂਆਂ ਨੂੰ ਵੇਦ ਪੁਰਾਣ ਪੜ੍ਹਨਾ ਚਾਹੀਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਪੋਥੀ ਪੁਰਾਣ ਕਮਾਈਏ ਉਹ ਵੱਟੀ ਇਤਨ ਲਾਈਏ, ਸਚ ਬੂਝਣ ਆਨ ਜਲਾਈਏ, ਇਹ ਤੇਲ ਦੀਵਾ ਇਉਂ ਜਲੇ। ਜੀ ਬਿਲਕੁਲ। ਇਸ ਢੰਗ ਦੇ ਨਾਲ ਭਗਤ ਜੀ ਜਿਹੜੇ ਨੇ ਉਹ ਜੋੜਦੇ ਨੇ। ਸਭ ਤੋਂ ਜ਼ਿਆਦਾ ਇੱਕ ਮਨੁੱਖ ਨੂੰ ਗਿਆਨਵਾਨ ਬਣਾਉਣ ਦਾ ਯਤਨ ਕੀਤਾ ਹੈ। ਗੁਰੂ ਜੀ ਨੇ ਕਿਹਾ ਕਿ ਜੇਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਹ ਤੇ ਚਾਨਣ ਹੁੰਦੀਆਂ ਗੁਰਬਿਨ ਹੋਰ ਅੰਦਾਰ। ਬਿਨਾਂ ਗੁਰੂ ਤੋਂ ਗਿਆਨ ਨਹੀਂ ਮਿਲ ਸਕਦਾ। ਜੇ ਗੁਰੂ ਹੈ ਤੇ ਗਿਆਨ ਹੈ, ਜੇ ਗੁਰੂ ਨਹੀਂ ਤੇ ਗਿਆਨ ਨਹੀਂ ਹੈ। ਇਸੇ ਵਾਸਤੇ ਕਬੀਰ ਜੀ ਨੇ ਵੀ ਕਿਹਾ ਕਿ ਮਨੁੱਖ ਨੂੰ ਇੱਕ ਸਹੀ ਗਿਆਨੀ ਬਣਨ ਵਾਸਤੇ ਉਹਨਾਂ ਨੂੰ ਗਿਆਨ ਲਾਜ਼ਮੀ ਹੈ। ਜਦੋਂ ਜੀਵਨ ਦੇ ਵਿੱਚ ਗਿਆਨ ਆ ਗਿਆ ਤੇ ਸਾਰੇ ਭਰਮ ਭੁਲੇਖੇ ਵਹਿਮ ਭਰਮ ਸਾਰੇ ਖਤਮ ਹੋ ਜਾਣਗੇ। ਉੱਥੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਚਾਰਨ ਕਰਦੇ ਨੇ ਕਿ ਪੋਥੀ ਪੁਰਾਣ ਕਮਾਈਏ ਔਰ ਵੱਟੀ ਇਤਨ ਲਾਈਏ, ਸਚ ਬੂਝਣ ਆਨ ਜਲਾਈਏ। ਕਿਉਂਕਿ ਪੋਥੀ ਪਰਮੇਸ਼ਰ ਦਾ ਥਾਨ। ਗੁਰੂ ਨਾਨਕ ਦੇਵ ਜੀ ਨੇ ਜਿਹੜੀ ਗੱਲ ਕੀਤੀ ਹੈ ਕਿ ਉਸ ਪਰਮਾਤਮਾ ਦੇ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ। ਗੁਰਪ੍ਰੀਤ ਜੀ ਮੈਂ ਇੱਕ ਸ਼ਬਦ, ਇੱਕ ਗੁਰਬਾਣੀ ਦਾ ਪੰਕਤੀ ਹੋਰ ਵੀ ਤੁਹਾਡੇ ਨਾਲ ਸਾਂਝ ਕਰ ਲਵਾਂ। ਗਿਆਨੇ ਕਾਰਨ ਕਰਮ ਅਭਿਆਸ, ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤੋ ਕਰਮੇ ਨਾਸ।
ਜਦੋਂ ਗਿਆਨ ਆ ਗਿਆ ਸਾਰੇ ਕਰਮ ਖਤਮ ਹੋ ਜਾਂਦੇ ਨੇ। ਤਾਂ ਕਬੀਰ ਜੀ ਨੇ ਵੀ ਕਿਹਾ, ਲੋਕ ਜਾਣੇ ਇਹੋ ਗੀਤ ਹੈ ਇਹ ਤੋਂ ਭ੍ਰਮ ਵਿਚਾਰ। ਜਿਹੜੇ ਜਿਹੜੇ ਮੇਰੇ ਬੋਲ ਨੇ ਇਹ ਪ੍ਰਮਾਤਮਾ ਦੀ ਵਿਚਾਰ ਹੈ, ਇਹਦੇ ਨਾਲ ਪ੍ਰਮਾਤਮਾ ਦਾ ਗਿਆਨ ਮਿਲਦਾ ਹੈ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਕਬੀਰ ਜੀ ਬੜਾ ਸੋਹਣਾ ਉਚਾਰਨ ਕਰਦੇ ਨੇ ਸ਼ਬਦ ਦੇ ਵਿੱਚ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਪਰਮ ਕੀ ਤਾਟੀ ਰਹੇ ਨਮਾਇਆ ਬਾਂਦੀ। ਦੂਜੇ ਤੇ ਕੀ ਦੋਏ ਥੂਨ ਗਰਾਨੀ ਮੋਹ ਬਲਿੰਦਾ ਟੂਟਾ। ਤ੍ਰਿਸ਼ਨਾ ਛਾਨ ਭਰੀ ਤਰ ਉਪਰ ਦੁਰਮਤ ਪਾਂਡਾ ਫੂਟਾ। ਕਹਿੰਦੇ ਜਦੋਂ ਨਾਮ ਦੇ ਗਿਆਨ ਦੀ ਆਂਦੀ ਅੰਦਰ ਆਈ, ਜਿਤਨੇ ਪਰਮ ਭੁਲੇਖੇ ਸਨ, ਦੁਚੁੱਤੇ ਸਨ, ਵਹਿਮ ਪਰਮ ਮੋਹ ਸੀ, ਸਾਰਾ ਖਤਮ ਹੋ ਗਿਆ। ਕਿਉਂਕਿ ਨਾਮ ਮੇਰੇ ਅੰਦਰ ਵਸ ਗਿਆ। ਨਾਮ ਸਿਮਰਨ ਦੀ ਇੱਕ ਐਸੀ ਆਂਦੀ ਆਈ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਹਾਂਜੀ, ਜਦੋਂ ਪਰਮਾਤਮਾ ਮੇਰੇ ਘਰ ਦੇ ਅੰਦਰ ਪ੍ਰਗਟ ਹੋ ਗਿਆ, ਔਰ ਜਦੋਂ ਪਰਮਾਤਮਾ ਮੇਰੇ ਅੰਦਰ ਪ੍ਰਗਟ ਹੋ ਗਿਆ ਤੇ ਉਸ ਵਕਤ ਸਾਰੇ ਪਰਮ ਭੁਲੇਖੇ, ਵਹਿਮ, ਦੁਰਮਤ, ਦੁਚਿੱਤੇ, ਮੋਹ, ਇਹ ਸਾਰਾ ਖਤਮ ਹੋ ਗਿਆ। ਫਿਰ ਅੱਗੇ ਕਹਿੰਦੇ ਨੇ ਕਬੀਰ ਜੀ, ਆਂਦੀ ਪਾਛੇ ਜੋ ਜਲ ਬਰਸੇ। ਜਦੋਂ ਇਹ ਗਿਆਨ ਦੀ ਆਂਦੀ ਆਈ ਤੇ ਅੰਦਰੋਂ ਛਿਮ ਛਿਮ ਵਰਸੇ ਅੰਮ੍ਰਿਤ ਧਾਰਾ। ਆਂਦੀ ਪਾਛੇ ਜੋ ਜਲ ਬਰਸੇ, ਤਾਤੇ ਰਾਜਨ ਪੀਨਾ। ਕੋ ਕਬੀਰ ਮਨ ਪਿਆ ਪ੍ਰਗਾਸਾ, ਉਦੇ ਬਾਣ ਜਬ ਚੀਨਾ। ਮੇਰਾ ਮਨ ਐਸਾ ਪ੍ਰਕਾਸ਼ ਹੋ ਗਿਆ, ਜਿਵੇਂ ਬਾਹਰ ਦੀ ਬਰਸਾਤ ਤੋਂ ਬਾਅਦ ਧੁੱਪ ਨਿਕਲਦੀ ਹੈ ਤੇ ਜਦੋਂ ਕਿਰਨ ਪੈਂਦੀ ਹੈ ਧਰਤੀ ਦੇ ਉੱਤੇ, ਇੱਕ ਤਾਜ਼ਗੀ ਮਹਿਸੂਸ ਹੁੰਦੀ ਹੈ। ਉਸੇ ਤਰ੍ਹਾਂ ਮੇਰਾ ਜੀਵਨ ਤਨ ਮਨ ਹਰਿਆ ਹੋ ਗਿਆ ਤੇ ਮੇਰੇ ਅੰਦਰ ਇੱਕ ਨਵੀਂ ਤਾਜ਼ਗੀ ਆ ਗਈ। ਬਿਲਕੁਲ ਐਸੀ ਰਹਿਮਤ, ਕਿਉਂਕਿ ਉਹਨਾਂ ਦੀ ਕਮਾਈ ਬੜੀ, ਜਿਹੜੀ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਹੈ ਨਾ, ਉਹ ਬੜੀ ਹੀ ਉਹਨਾਂ ਦੀ ਉਹ ਕਮਾਈ ਬੋਲੀ। ਆਪਾਂ ਜਾਣਦੇ ਹਾਂ ਇਤਿਹਾਸ ਦੇ ਵਿੱਚ ਕਿ ਜਿਹੜੇ ਉਹਨਾਂ ਨੂੰ ਨੀਵਾਂ ਵੀ ਦਿਖਾਉਣਾ ਚਾਹੁੰਦੇ ਸਨ, ਉਹਨਾਂ ਦੀ ਹੇਠੀ ਬਾਰ-ਬਾਰ ਹੋਈ। ਕਿਉਂਕਿ ਕਬੀਰ ਸਾਹਿਬ, ਰਾਮ ਕਬੀਰਾ ਭੇਦ ਨਾ ਭਾਈ, ਐਸੇ ਬਚਨ ਜਿਹੜੇ ਆ, ਅਬ ਤੋਂ ਜਾਏ ਚੜਾ ਹੈ ਸਿੰਘਾਸਨ, ਮਿਲ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਸੋ ਇੱਥੋਂ ਤੱਕ ਜਿਹੜੀ ਆ ਉਹਨਾਂ ਨੇ ਜਿਹੜੀ ਇਸ ਚੀਜ਼ ਨੂੰ ਕਮਾਇਆ, ਤੇ ਇਸੇ ਗੱਲ ਦਾ ਉਹਨਾਂ ਨੇ ਬਾਰ-ਬਾਰ ਉਪਦੇਸ਼ ਵੀ ਦਿੱਤਾ। ਜਿਹੜੀ ਵੀ ਸੰਗਤ ਉਹਨਾਂ ਕੋਲ ਜੁੜਦੀ ਸੀ ਕਾਸ਼ੀ ਦੇ ਵਿੱਚ, ਕਿਉਂਕਿ ਧਾਰਮਿਕ ਨਗਰੀ ਸੀ ਜਿੱਥੇ ਉਹਨਾਂ ਦਾ ਵਾਸਾ ਸੀ, ਤੇ ਉੱਥੇ ਕਾਫੀ ਸੰਗਤਾਂ ਉਹਨਾਂ ਦੇ ਨਾਲ ਪਿਆਰ ਦੇ ਨਾਲ ਜੁੜ ਗਈਆਂ। ਜੀ ਭਾਈ ਸਾਹਿਬ। ਇਸ ਤਰ੍ਹਾਂ ਕਿ ਕਬੀਰ ਜੀ ਦੀ ਬਾਣੀ ਨੂੰ ਅਸੀਂ ਦੇਖੀਏ, ਕਬੀਰ ਜੀ ਦੀ ਬਾਣੀ ਦੇ ਵਿੱਚ ਇੱਕ ਪੱਖ ਦਾ ਗਿਆਨ ਨਹੀਂ ਹੈ ਗੁਰਪ੍ਰੀਤ ਜੀ। ਉਹਨਾਂ ਨੇ ਜਿੱਥੇ ਅਸੀਂ ਜ਼ਿਕਰ ਕੀਤਾ ਪਰਮ ਭੁਲੇਖੇ ਦੀ ਗੱਲ, ਵਹਿਮਾਂ ਦੀਆਂ, ਕਰਮ ਕਾਂਡਾਂ ਦੀਆਂ, ਉਹਨਾਂ ਨੇ ਧੱਜੀਆਂ ਉਡਾਈਆਂ, ਸਖਤ ਵਿਰੋਧਤਾ ਕੀਤੀ। ਨਾਲ ਨਾਲ ਉੱਥੇ ਉਹਨਾਂ ਨੇ ਉਹਨਾਂ ਧਾਰਮਿਕ ਪੈਰੋਕਾਰਾਂ ਨੂੰ ਵੀ ਦੱਸਿਆ ਕਿ ਜੇ ਤੁਸੀਂ ਲੋਕਾਂ ਨੂੰ ਉਲਟੇ ਰਾਹ ਤੇ ਲੈ ਕੇ ਆਪਣੇ ਪਿੱਛੇ ਇੱਕ ਵਹੀਰ ਲੈ ਕੇ ਗਏ ਹੋ, ਇਹ ਸਾਰੀ ਵਹੀਰ ਜਿਹੜੀ ਜਾ ਰਹੀ ਹੈ ਗਲਤ ਰਾਹ ਤੇ ਜਾ ਰਹੀ ਹੈ। ਲੋਕਾਂ ਨੂੰ ਸਮਝਾਇਆ। ਹੁਣ ਮੈਂ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ। ਮੁਸਲਮਾਨਾਂ ਤੇ ਹਿੰਦੂਆਂ ਦੇ ਪ੍ਰਤੀ ਜਿਹੜੇ ਬੋਲ ਉਹਨਾਂ ਨੇ ਕਿਹਾ, ਕਹਿੰਦਾ ਬ੍ਰਾਹਮਣ ਗਿਆਸ ਕਰੇ 24 ਸੁਣਨ ਵਾਲੀ ਗੱਲ ਹੈ। ਬ੍ਰਾਹਮਣ ਕਹਿੰਦਾ 24 ਵਰਤ ਤੁਸੀਂ ਰੱਖੋ, ਮਹੀਨੇ ਦੇ 2 ਵਰਤ, ਸਾਲ ਦੇ 24 ਵਰਤ, ਜਿਹਦੇ ਨਾਲ ਤੁਹਾਨੂੰ ਧਾਰਮਿਕ ਦੀ ਉਪਾਧੀ ਤੇ ਧਰਮ ਦੀ ਪ੍ਰਕਿਰਤੀ ਮਿਲਦੀ ਹੈ। ਕਬੀਰ ਜੀ ਕਹਿੰਦੇ ਨੇ ਗਲਤ ਕਹਿ ਰਹੇ। ਬ੍ਰਾਹਮਣ ਗਿਆਸ ਕਰੇ 24 ਕਾਜ਼ੀ ਮੈਂ ਰਮਜ਼ਾਨਾ। ਕਾਜ਼ੀ ਕਹਿੰਦਾ ਮੁਸਲਮਾਨਾਂ ਨੇ ਕਿ ਤੁਸੀਂ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖੋ। ਕਹਿੰਦਾ ਦੇਖੋ ਅਜੀਬ ਕਮਾਲ ਦੀ ਗੱਲ ਹੈ, 11 ਮਾਸ ਪਾਸ ਕਰ ਰੱਖੇ ਇੱਕੇ ਮਹੀਨੇ ਦਾਣਾ। 11 ਮਹੀਨੇ ਤੇ ਖਾਂਦੇ ਰਹੇ ਪੀਂਦੇ ਰਹੇ, ਇੱਕੋ ਮਹੀਨੇ ਦੇ ਅੰਦਰ ਤੁਸੀਂ ਫੈਸਲਾ ਕਰੋ ਕਿਆ ਇਹ ਅਮੀਰ ਹੋ ਜਾਣਗੇ? ਇਹ ਧਾਰਮਿਕ ਕਰਮ ਨਹੀਂ ਹੈ। ਇੱਕ ਹੋਰ ਅਸੀਂ ਕੜਵਾ ਚੌਥ ਦੇ ਵਰਤ ਵਾਲੇ ਕਬੀਰ ਜੀ ਦੀ ਹਮੇਸ਼ਾ ਸ਼ਬਦ ਪੜ੍ਹਦੇ ਰਹਿੰਦੇ ਆ ਕਿ ਛੋੜੇ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਉਹ ਰੰਡ। ਭਾਵੇਂ ਅਹੋਈ ਵਰਤ ਦੀ ਗੱਲ ਹੋਵੇ, ਕੜਵਾ ਚੌਥ ਦੀ ਵਰਤ ਦੀ ਗੱਲ ਹੋਵੇ, ਇਹ ਇਕਾਦਸ਼ੀ ਦੀ ਵਰਤ ਦੀ ਗੱਲ ਹੋਵੇ, ਸਰਾਸਰ ਕਬੀਰ ਜੀ ਨੇ ਖੰਡਨ ਕਰ ਦਿੱਤਾ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਵੀ ਕਿਹਾ ਕਿ ਅੰਨ ਨਾ ਖਾਏ ਤੇ ਹੀ ਦੁੱਖ ਦੇ। ਅੰਨ ਨਾ ਖਾਇਆ ਸਾਧ ਗਵਾਇਆ, ਬਹੁਵਿਧ ਪਾਇਆ ਦੂਜਾ ਪਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਕਿਹਾ ਇਹ ਵਰਤ ਰੱਖਣਾ ਧਾਰਮਿਕ ਕਰਮ ਨਹੀਂ ਹੈਗੇ ਨੇ। ਕਬੀਰ ਜੀ ਨੇ ਵੀ ਹੂਬਹੂ ਕਹਿ ਦਿੱਤਾ, ਕਿਉਂਕਿ ਕਬੀਰ ਜੀ ਨੇ ਇੱਕ ਸੱਚ ਦੀ ਗੱਲ ਸਮਝਾਉਂਦੇ ਸਨ। ਕਹਿੰਦੇ ਮੈਂ ਜਾ ਰਿਹਾ ਸੀ ਕਾਬਾ, ਮੈਨੂੰ ਰਸਤੇ ਵਿੱਚ ਪਰਮਾਤਮਾ ਮਿਲ ਗਿਆ। ਕਬੀਰ ਤੂੰ ਕਿੱਥੇ ਜਾ ਰਿਹਾ ਹੈ? ਕਹਿੰਦਾ ਤੈਨੂੰ ਵੀ ਪਤਾ ਨਹੀਂ ਕਿ ਰੱਬ ਕਾਬੇ 'ਚ ਵਸਦਾ ਹੈ? ਰੱਬ ਤੇ ਤੇਰੇ ਅੰਦਰ ਵਸਦਾ, ਤੂੰ ਆਪਣੇ ਅੰਦਰ ਹੀ ਦੇਖ। ਹੁਣ ਦੇਖੋ
ਇਹ ਕਿੰਨਾ ਸੌਖਾ ਸੌਖਾ ਰਾਹ ਕਬੀਰ ਜੀ ਨੇ ਲੋਕਾਂ ਨੂੰ ਸਮਝਾਇਆ। ਪਰ ਲੋਕ ਭੁੱਲੇ ਭੁਲੱਕਣ ਜੈ ਮਾਰਗ ਪੰਡਤ ਗਏ ਪਾਛੇ ਪਰੇ ਵਹੀਰ, ਇੱਕ ਔਗਟ ਘਾਟੀ ਰਾਮ ਕੀ ਟੈ ਚੜ ਰਹੇ ਹੋ ਕਬੀਰ। ਕਬੀਰ ਜੀ ਕਹਿੰਦੇ ਨੇ ਪਰਮਾਤਮਾ ਦੀ ਘਾਟੀ ਤੇ ਥੋੜੀ ਔਖੀ ਸੀ, ਆਖਣ ਔਖਾ ਸਾਚਾ ਨਾਉ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਕਿਹਾ, ਕਹਿੰਦਾ ਪਰ ਔਖੇ ਰਾਹ ਤੇ ਚੱਲ ਨਹੀਂ ਸਕੇ। ਭਗਤੀ ਸਾਧਨਾ ਦ੍ਰਿੜ ਵਿਸ਼ਵਾਸ ਪਰਮਾਤਮਾ ਦੀ ਸਿਮਰਨ ਪਰਮਾਤਮਾ ਦੀ ਬੰਦਗੀ ਤੇ ਕੀਤੀ ਨਹੀਂ ਉਹਨਾਂ ਨੇ ਐਸੇ ਸੌਖੇ ਸੌਖੇ ਰਾਹ ਧਰਮ ਦੇ ਲੋਕਾਂ ਨੂੰ ਦਿਖਾਏ ਤੇ ਉਹਨਾਂ ਨੇ ਆਪਣੇ ਪਿੱਛੇ ਲੋਕਾਂ ਨੇ ਪੰਡਤਾਂ ਨੇ ਪਾ ਦਿੱਤਾ ਕਿ ਧਰਮ ਦਾ ਰਸਤਾ ਇਹ ਵੀ ਹੈਗਾ ਤੇ ਇਹ ਵੀ ਹੈਗਾ। ਹੁਣ ਇੱਥੇ ਮੈਂ ਗੱਲ ਹੋਰ ਥੋੜੀ ਐਡ ਕਰਨਾ ਚਾਹਨਾ ਕਿ ਕਬੀਰ ਜੀ ਦੀ ਬਾਣੀ ਦੇ ਅੰਦਰ ਜੇ ਅਸੀਂ ਗਹਿਰਾਈ ਦੇ ਨਾਲ ਦੇਖੀਏ, ਭਾਵੇਂ ਉਹਨਾਂ ਨੇ ਸਰੀਰਕ ਤਪ ਸਾਧਨਾ ਦੀ ਗੱਲ ਕੀਤੀ ਹੋਵੇ, ਭਾਵੇਂ ਉਹ ਸਮਾਜ ਦੇ ਵਿੱਚ ਕਿੱਦਾਂ ਰਹਿਣਾ ਹੈ, ਧਾਰਮਿਕ ਜਿਹੜੇ ਪੁਰਬ ਮਨਾਏ ਜਾਂਦੇ ਨੇ, ਭਾਵੇਂ ਉਹਨਾਂ ਨੇ ਸੁਨਤ ਨੂੰ ਖੰਡਨ ਕੀਤਾ, ਉਹਨਾਂ ਨੇ ਈਦ ਦੀ ਕੁਰਬਾਨੀ ਜਿਹਦੇ ਬੱਕਰਾ ਵੱਢਿਆ ਜਾਂਦਾ ਹੈ ਉਹਨਾਂ ਨੇ ਖੰਡਿਤ ਕੀਤਾ, ਤੀਰਥਾਂ ਤੇ ਜਾਣਾ, ਤੱਟਾਂ ਤੇ ਜਾਣਾ, ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਨੇ, ਕਬੀਰ ਜੀ ਨੇ ਸਾਰਿਆਂ ਨੂੰ ਖਾਰਿਜ ਕਰ ਦਿੱਤਾ। ਕਹਿੰਦੇ ਜੇ ਪਾਣੀ ਦੇ ਨਹਾਉਣ ਦੇ ਨਾਲ ਪਰਮਾਤਮਾ ਮਿਲਦਾ ਤੇ ਮੈਂਡਕ ਸਾਰਾ ਦਿਨ ਪਾਣੀ ਦੇ ਵਿੱਚ ਨਹਾਉਂਦੀ ਰਹਿੰਦੀ ਹੈ ਤੇ ਮੈਂਡਕ ਨੂੰ ਵੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਚਾਹੀਦੀ ਹੈ, ਕਿਉਂਕਿ ਗੱਲ ਹਕੀਕਤ ਸਮਝਾਉਂਦੇ ਸਨ। ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਅੰਤਰ ਸ਼ਬਦ ਵਿਚਾਰ, ਗੁਰੂ ਮਹਾਰਾਜ ਕਹਿੰਦੇ ਨੇ ਸ਼ਬਦ ਹੀ ਵਿਚਾਰ ਹੀ ਅੰਤਰ ਗਿਆਨ ਹੈ, ਅੰਤਰ ਗਿਆਨ ਹੈ। ਹਾਂ, ਕਬੀਰ ਜੀ ਨੇ ਇੱਕ ਪੱਖ ਦੀ ਨਹੀਂ ਹਰ ਪੱਖ ਦੇ ਤੋਂ ਲੋਕਾਂ ਨੂੰ ਜਿੱਥੇ ਦੇਖਿਆ ਉੱਥੇ ਟੋਕ ਦਿੱਤਾ। ਤਾਈਓ ਤੇ ਕਬੀਰ ਜੀ ਦੇ ਲੋਕ ਵੈਰੀ ਹੋ ਗਏ ਸਨ, ਲੋਕੀ ਸਮਾਜ ਤੋਂ ਬਾਹਰ ਕਰਤਾ ਸੀ। ਕਬੀਰ ਜੀ ਦੇ ਪਿੱਛੇ ਵਕਤ ਦਾ ਹਕੂਮਤ ਸਿਕੰਦਰ ਲੋਧੀ, ਉਹ ਵੀ ਔਖਾ ਹੋ ਗਿਆ ਸੀ। ਜਦੋਂ ਸ਼ਿਕਾਇਤ ਗਈ ਕਬੀਰ ਜੀ ਦੀ, ਕਹਿੰਦੇ ਸੱਚ ਬੋਲਦਾ ਹੈ, ਇਹ ਉਲਟਾ ਬੋਲਦਾ ਹੈ, ਇਹ ਗਲਤ ਬੋਲਦਾ ਹੈ, ਇਹ ਧਰਮ ਵਿਰੋਧੀ ਗੱਲਾਂ ਬੋਲਦਾ ਹੈ, ਤੇ ਉਹਨਾਂ ਨੇ ਵੀ ਕਬੀਰ ਜੀ ਦੇ ਉੱਤੇ ਤਸ਼ੱਦਦ ਢਾਇਆ। ਪਰ ਕਬੀਰ ਜੀ ਦਾ ਰਾਖਾ ਪਰਮਾਤਮਾ ਸੀ। ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਬੀਰ ਜੀ ਦੇ ਮੁਸ਼ਕਾਂ ਨੂੰ ਬੰਦ ਕੇ ਉਹਨਾਂ ਨੇ ਗੰਗਾ ਦੇ ਵਿੱਚ ਸੁੱਟ ਦਿੱਤਾ। ਕਬੀਰ ਜੀ ਕਹਿੰਦੇ ਨੇ ਪਰਮਾਤਮਾ ਨੇ ਮੈਨੂੰ ਬਚਾਇਆ, ਲਹਿਰਾਂ ਨੇ ਮੈਨੂੰ ਚੱਕ ਕੇ ਮ੍ਰਿਗਸ਼ਾਲਾ ਦੇ ਉੱਤੇ ਬਿਠਾ ਦਿੱਤਾ, ਕਿਉਂਕਿ ਉਹ ਤੇ ਸੱਚ ਦੇ ਨਾਲ ਜੁੜੇ ਹੋਏ ਸਨ। ਬਿਲਕੁਲ। ਸੋ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆ। ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਹੁੰਚਾਇਆ ਹਰ ਜੀ, ਇਹ ਤੇਰੀ ਵਡਿਆਈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨਾਈ। ਸੋ ਭਗਤਾਂ ਦੀ ਸਦਾ ਹੀ ਉਹ ਮਾਲਕ ਜਿਹੜਾ, ਕਿਉਂਕਿ ਅਸਲੀ ਤਾਂ ਯਾਰੀ ਭਗਤਾਂ ਦੀ ਆ ਉਹਦੇ ਨਾਲ, ਤੇ ਉਹਦੀ ਯਾਰੀ ਵੀ ਭਗਤਾਂ ਦੇ ਨਾਲ ਹੈ। ਮੇਰੀ ਬੰਦੀ ਭਗਤ ਛਡਾਵੇ, ਬੰਦੇ ਭਗਤ ਨਾ ਛੂਟੈ ਮੋਹੇ, ਇੱਥੋਂ ਤੱਕ ਹੈ। ਤੇ ਇਹ ਜਿਹੜੀ, ਕਿਉਂਕਿ ਹੁਣ ਜੇ ਭਗਤ ਨੂੰ ਕੋਈ ਡੋਬੇਗਾ ਤੇ ਫਿਰ ਉਹਨੂੰ ਤਾਰਨ ਦੇ ਵਾਸਤੇ, ਕਿਉਂਕਿ ਇਹ ਸਾਰੀ ਖੇਡ ਤਾਂ ਉਹਦੀ ਆਪਣੀ ਹੈ ਨਾ। ਭਗਤਾਂ ਨੂੰ ਜਮ ਜੋ ਨਾ ਸਕੇ, ਕਾਲ ਨਾ ਨੇੜੇ ਆਵੇ। ਜੀ ਹਾਂ, ਹਰ ਜੁਗ ਜੁਗ ਭਗਤ ਦੇਵ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਜੀ ਗੁਰਪ੍ਰੀਤ ਜੀ, ਸਮਾਂ ਆ ਗਿਆ, ਕਹਿੰਦੇ ਸਨ ਜੀ ਕਬੀਰ ਜੀ ਨੂੰ ਹਾਥੀ ਦੇ ਪੈਰਾਂ ਤਲੇ ਕੁਚਲ ਦਿਓ। ਕੁੰਚਰ ਪੋਟ ਲੈ ਲੈ ਨਮਸਕਾਰੇ, ਅੰਧੇ ਕਾਜ਼ੀ ਨੇ ਬੁਝਿਆਰੇ, ਬੂਝੇ ਕਾਜੀ ਨੇ ਅੰਧਿਆਰੇ। ਉਹ ਅੰਧੇ ਕਾਜ਼ੀ ਨੂੰ ਇਹ ਸਮਝ ਨਹੀਂ ਸੀ ਕਿ ਜਿਸ ਹਾਥੀ ਦੇ ਪੈਰਾਂ ਥੱਲੇ ਕੁਚਲਣੇ ਵਾਸਤੇ ਕਿਹਾ ਗਿਆ, ਉਹ ਤੇ ਹਾਥੀ ਸਲਾਮ ਕਰਦਾ ਪਿਆ, ਕਿਉਂਕਿ ਉਹ ਪਰਮਾਤਮਾ ਦਾ ਨੂਰ ਸੀ। ਜਿੱਦਾਂ ਭਗਤ ਪ੍ਰਹਿਲਾਦ ਨੂੰ ਉਹਦਾ ਪਿਤਾ ਹਰਨਾਕਸ਼ ਨੇ ਬੜੇ ਕਸ਼ਟ ਦਿੱਤੇ, ਪਹਾੜ ਤੋਂ ਗਿਰਾਇਆ, ਕਾਲ ਕੋਠੜੀ ਵਿੱਚ ਰੱਖਿਆ, ਗਰਮ ਗਰਮ ਖੰਭੇ ਨੂੰ ਜੱਫੀ ਪਾਉਣ ਵਾਸਤੇ ਕਿਹਾ, ਪਰ ਉਹਦੇ ਸਾਹਮਣੇ ਪਰਮਾਤਮਾ ਦੀ ਰਕਸ਼ਾ ਸੀ। ਉਹ ਹਰ ਥਾਂ ਤੇ ਪਰਮਾਤਮਾ ਰੱਖਦਾ ਰਿਹਾ, ਤੇ ਕਬੀਰ ਜੀ ਨੂੰ ਵੀ ਹਰ ਥਾਂ ਤੇ ਪਰਮਾਤਮਾ ਰੱਖਦਾ ਰਿਹਾ। ਮੈਂ ਇੱਕ ਇਤਿਹਾਸਕ ਗਾਥਾ ਸੁਣਾਵਾਂ ਤੁਹਾਨੂੰ। ਜੀ ਕਬੀਰ ਜੀ ਜਦੋਂ ਬੋਲਦੇ ਸਨ, ਮੈਂ ਪਹਿਲੇ ਗੱਲ ਕੀਤੀ, ਉਹ ਸੱਚ ਦੀ ਗੱਲ ਬੋਲਦੇ ਸਨ। ਵੈਰੀ ਬੜੇ ਸਨ, ਹਰ ਸਮਾਜ ਦੇ ਵਿੱਚ ਕੋਈ ਨਾ ਕੋਈ ਐਸੇ ਹੁੰਦੇ ਨੇ, ਕਿਉਂਕਿ ਕਬੀਰ ਜੀ ਦੇ ਆਉਣ ਤੇ ਝੂਠੀਆਂ ਦੁਕਾਨਾਂ ਬੰਦ ਹੋਣ ਲੱਗੀਆਂ ਸਨ, ਤੇ ਲੋਕੀ ਕਬੀਰ ਜੀ ਦੇ ਨਾਲ ਜੁੜਦੇ ਪਏ ਸਨ। ਤੇ ਕਿਸੇ ਨੇ ਕਬੀਰ ਜੀ ਨੂੰ ਪੱਥਰ ਦੀ ਮਾਰੀ, ਬੜੀ ਜ਼ੋਰ ਦੀ ਸੱਟ ਦੀ ਸਿਰ ਤੇ ਮਾਰ ਦਿੱਤੀ ਕਬੀਰ ਜੀ ਦੇ। ਕਬੀਰ ਜੀ ਦਾ ਸਿਰ ਖੂਨ ਹੋ ਗਿਆ। ਜਦੋਂ ਅੱਗੇ ਗਏ ਤੇ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਕਿ ਭਗਤ ਜੀ ਤੁਹਾਡਾ ਸਿਰ ਤੇ ਕੀ ਸੱਟ ਵੱਜੀ ਹੈ, ਕਿੰਨੇ ਮਾਰਿਆ? ਕਹਿੰਦਾ ਜੀ ਤੈ ਪੱਥਰ ਮਾਰੀ। ਉਹ ਕਹਿੰਦਾ ਕਬੀਰ ਜੀ ਮੈਂ ਤੇ ਤੁਹਾਨੂੰ ਪੱਥਰ ਨਹੀਂ ਮਾਰਿਆ, ਮੈਂ ਤੇ ਤੁਹਾਡੇ ਕੋਲ ਪੁੱਛ ਰਿਹਾ, ਤੁਹਾਡਾ ਸ਼ੁਭ ਚਿੰਤਕ ਆ, ਤੁਹਾਨੂੰ ਕਿੰਨੇ ਮਾਰਿਆ? ਕਹਿੰਦਾ ਤੈ ਪੱਥਰ ਮਾਰੀ। ਉਹਨੇ ਜਾ ਕੇ ਕਬੀਰ ਜੀ ਤੇ ਤਰਸ ਆਇਆ,
ਤੇ ਕਬੀਰ ਜੀ ਦੇ ਸਿਰ ਤੇ ਮਲਮ ਪੱਟੀ ਕਰਕੇ ਤੇ ਪੱਟੀ ਬੰਨ ਦਿੱਤੀ ਜੀ ਪੱਟੀ ਬੰਨ ਦਿੱਤੀ ਤੇ ਅੱਗੇ ਕੋਈ ਦੂਜਾ ਰਾਹੀ ਪੁੱਛਦਾ, ਕਹਿੰਦਾ ਕਬੀਰ ਜੀ ਇਹ ਕੀ ਹੋ ਗਿਆ, ਤੁਸੀਂ ਸਿਰ ਦੇ ਉੱਤੇ ਪੱਟੀ ਬੰਨਤੀ ਹੈ। ਕਹਿੰਦਾ ਤੈ ਪੱਥਰ ਮਾਰੀ ਤੈ ਪੱਟੀ ਕੀ? ਕਹਿੰਦਾ ਮੈਂ ਪੁੱਛਦਾ ਪਿਆ ਇਹ ਕੀ ਹੋਇਆ, ਤੁਸੀਂ ਮੈਨੂੰ ਕਹਿ ਰਹੇ ਹੋ, ਮੈਂ ਤੇ ਕੁਝ ਵੀ ਨਹੀਂ ਕੀਤਾ, ਨਾ ਮੈਂ ਪੱਥਰ ਮਾਰਿਆ ਤੇ ਨਾ ਮੈਂ ਪੱਟੀ ਕੀਤੀ ਹੈ। ਕਬੀਰ ਜੀ ਕਹਿੰਦੇ ਤੈ ਪੱਟੀ ਮਾਰੀ ਤੈ ਪੱਥਰ ਮਾਰੀ ਤੈ ਪੱਟੀ। ਜਦੋਂ ਘਰ ਜਾਂਦਾ ਤੇ ਆਪਣੀ ਮਾਂ ਦੇਖਦੀ ਤੇ ਮਾਂ ਪਰੇਸ਼ਾਨ ਹੁੰਦੀ ਹੈ ਤੇ ਕਬੀਰ ਜੀ ਨੂੰ ਨਾਲ ਬਿਠਾਉਂਦੀ ਹੈ ਤੇ ਬੜੀ ਪਰੇਸ਼ਾਨ ਹੋ ਕੇ ਉਹਨੂੰ ਦੁੱਧ ਪਿਲਾਉਂਦੀ ਹੈ ਤੇ ਪੁੱਛਦੀ ਹੈ ਬੇਟਾ ਕੀ ਹੋ ਗਿਆ ਪੁੱਤਰ, ਤੈਨੂੰ ਕਿੰਨੇ ਮਾਰਿਆ? ਤੇ ਕਹਿੰਦੇ ਮਾਂ ਤੈ ਪੱਥਰ ਮਾਰੀ ਤੈ ਪੱਟੀ ਕੀ ਤੈ ਦੁੱਧ ਪਿਲਾਈ। ਉਹ ਗੱਲ ਦੇ ਨਾਲ ਆਂਦੀ, ਕਹਿੰਦੀ ਤੂੰ ਹੈ ਕਿ ਸਾਰਿਆਂ ਨੇ ਇੱਕ ਬਰਾਬਰ ਸਮਝਦਾ ਹੈ, ਪਰ ਲੋਕ ਜੋ ਤੈਨੂੰ ਨਹੀਂ ਜਾਣਦੇ ਨੇ, ਲੋਕ ਹੀ ਤੇਰੇ ਨਾਲ ਵੈਰ ਵਿਰੋਧ ਵਿਤਕਰਾ ਕਰਦੇ ਨੇ, ਤੇ ਕਬੀਰ ਕੀ ਕਰੀਏ? कबीर तू करता तू आया, मुझ में नहा न हो, जब आपा पर का मिट गया जत देखा तत तू, जिथे देखदा तू ही परमात्मा। देखो जेड़ा पत्थर भी मारदा कहंदा तू मैनू पत्थर मारी क्योंकि परमात्मा है। यही गल ते भाई कन्हैया जी ने गुरु गोबिंद सिंह जी नू कहा सी, पातशाह मैं जिन्नू भी देखदा मेरे अंदर ते तुहाडा ही नूर आउंदा है, मैनू तुसी नजर आउंदे हो भाई गुरु गोबिंद सिंह जी महाराज, मैं उन्हां नू पानी नहीं पिलाना, मैं तुहानू पानी पिलाना। ते गुरु गोबिंद सिंह जी कहंदे ने ले भाई कन्हैया सिंह जी अज तो बाद ए मल्लम रख ते पट्टी भी रख, जेड़े वैरी घायल होंदे ने उन्हां नू मल्लम पट्टी भी कर दे। असल ये होंदी है एक संत ब्रह्म ज्ञानी महापुरुष दी निशानी, जेड़ा के एक दृष्टकार सारियां नू एक बराबर एक दृष्टकार समझ कर जाने जोगी कहिया सोई। असली जोग ये है, असली ब्रह्म ज्ञान ये है, इत्थे तक पहुंचना गल्लां नाल नहीं पहुंचा जा सकता। प्रीतम के देश कैसे बातन से जाइए, एक काल कमाई जिहड़ी है, क्योंकि बंदगी दे विच जुड़ करके अपने मन नूं राम दे नाल ऐसा उन्होंने अभेद कर लिया ते फिर हर चीज़ दे विच हर किसे दे विच उन्हां नूं ओही नज़र आउंदा सी। ते यही जिहड़ा प्रमाण है जो आप जी ने हुणे साझा कीता कि भाई कन्हैया जी जिहड़े ने वो भी इस अवस्था दे विच विचरदे सन कि गुरु कलगीधर पातशाह मैं तां तुहानूं ही जल छकाउणा है, हुण तुसीं मैनूं जिहड़े रूप च भी जल मंगदे हो, मेरी फिर की औकात है कि मैं तुहानूं मना कर देवां। सो इत्थों तक जिहड़ी है अवस्था लैके जानी मैं समझदा ये बड़ी वड्डी एक प्राप्ति है। जी भाई साहब, क्योंकि देखो असल की हुंदा है कुछ स्टेजेस होंदियां ने जी, बाकी ते असी अलग अलग धर्म दे नां ते असी चलदे ते हाँ, पर असी अपने आप नूं धर्मी भी कहंदे हाँ, पर जदों तक असी गुरबाणी नूं पढ़िया नहीं, गुरप्रीत जी गुरबाणी नूं विचारिया नहीं है ते यकीन करो असी अपने आप नूं धार्मिक नहीं अखवा सकते। हाँ, धार्मिक निरा गल्लां करन दे नाल ते गल्लां कहण दे नाल ते भेख ते धारण दे नाल बिल्कुल नहीं हो सकता, क्योंकि जदों जीवन दे विच कुछ तब्दीली आंदी है, गुरु महाराज दे उस उपदेश दे उत्ते पैरा देण दी गल हुंदी है ना, ते उदों हर जीवन दे पहलू दे उत्ते सारी मनुखता नूं एक समान समझना, अरे अपने जीवन ते मन दे उत्ते काबू पालना, शरीरक शैली दे उत्ते कार्यशैली दे उत्ते हर तरह दा एक संयम रखना, ये बहुत सारे ऐसे कर्म ने जो मनुख नूं जीवन दे विच धारण करना पएगा। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੜਾ ਸੁੰਦਰ ਉਚਾਰਨ ਕਰਦੇ ਨੇ। ਆਪ ਜੀ ਦਾ ਫਰਮਾਨ ਹੈ ਕਿ ਸੁਖ ਦੁਖ ਜੇ ਪਰਸੇ ਨਹੀਂ, ਸੁਖ ਦੁਖ ਜੇ ਪਰਸੇ ਨਹੀਂ, ਲਿਓ ਪੇਖ ਬਹਿਰਾਗ। ਠੀਕ ਹੈ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਸੁਖ ਤੇ ਦੁੱਖ ਨਹੀਂ ਹੈ, ਤੇ ਸੁਖ ਦੁਖ ਜੇ ਪਰਸੇ ਨਹੀਂ, ਲੋਭ ਮੋਹ ਅਪਮਾਨ, ਕਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਦੇਖੋ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ 3 ਸ਼ਲੋਕਾਂ ਦੀ ਗੱਲ ਤੁਹਾਡੇ ਨਾਲ ਸਾਂਝ ਕਰਾਂ ਕਿ ਜੀਵਨ ਦੇ ਵਿੱਚ ਇੱਕ ਅੱਛਾ ਇਨਸਾਨ ਬਣਨ ਦੀਆਂ ਕਿਹੜੀਆਂ ਨਿਸ਼ਾਨੀਆਂ ਨੇ। ਸੁਖ ਦੁੱਖ ਉਹਨਾਂ ਨੂੰ ਪਰਸੇ ਨਹੀਂ, ਲੋਭ ਮੋਹ ਅਪਮਾਨ ਉਹਨਾਂ ਨੂੰ ਪਰਸੇ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਅਸਲ ਵਿੱਚ ਉਹ ਮੂਰਤ ਭਗਵਾਨ ਦੀ ਨੇ। ਫਿਰ ਉਸਤਤ ਨਿੰਦਿਆ ਨਾਈ ਜੈ, ਕੰਚਨ ਲੋ ਸਮਾਨ, ਕਉ ਨਾਨਕ ਸੁਨ ਰੇ ਮਨਾ ਮੁਕਤ ਆਏ ਤੇ ਜਾਨ। ਜਿਨ੍ਹਾਂ ਦੇ ਜੀਵਨ ਦੇ ਵਿੱਚ ਉਸਤਤ ਤੇ ਨਿੰਦਿਆ ਬਰਾਬਰ ਹੋਵੇ ਜੀ, ਹਾਂਜੀ, ਉਸਤਤ ਨਿੰਦਿਆ ਨਾਈ ਜੇ, ਕੰਚਨ ਲੋਭ ਸਮਾਨ, ਕੰਚਨ ਤੇ ਲੋਹੇ ਨੂੰ ਬਰਾਬਰ ਸਮਝੇ।
ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਇੱਕ ਮੁਕਤ ਜਨ ਨੇ। ਕਹੋ ਹਰ ਸੁਰ ਨਾਨਕ ਜਾਕੇ ਨਹੀਂ ਸੁਨਰੇ ਮਨਾ ਮੁਕਤ ਮੁਕਤ ਤਾਹੀਂ ਤੈ ਜਾ ਜੀ। ਪਰ ਇਹ ਜਾਕੇ ਨਹੀਂ ਵੈਰੀ ਮੀਤ ਸਮਾਨ। ਅਸਲ 'ਚ ਇਹਨਾਂ ਅਵਸਥਾਵਾਂ ਤੱਕ ਪਹੁੰਚਣ ਦੇ ਵਾਸਤੇ ਹੀ ਸਾਰਾ ਅਭਿਆਸ ਹੈ। ਇਹ ਕੋਈ ਆਖਰੀ ਗਿਆਨ ਨਹੀਂ ਹੈ, ਇਹ ਉਹੀ ਗੱਲ ਹੈ ਕਿ ਇਹ ਬ੍ਰਹਮ ਗਿਆਨ ਹੈ। ਇੱਥੋਂ ਤੱਕ ਇਸ ਅਵਸਥਾ ਤੱਕ ਪਹੁੰਚਣਾ ਹੈ ਤੇ ਇਹਦੇ ਵਾਸਤੇ ਕਿਉਂਕਿ ਮਨ ਜਿਹੜਾ ਹੈ ਮਨ ਦੂਸਰੇ ਪਾਸੇ ਹੈ ਤੇ ਮਨ ਨੂੰ ਜੇ ਆਪਾਂ ਇੱਧਰ ਲੈ ਕੇ ਆਉਣਾ ਤੇ ਫਿਰ ਉਹਨੂੰ ਮੋੜਨਾ ਵੀ ਪਏਗਾ, ਹੋੜਨਾ ਵੀ ਪਏਗਾ। ਮਨ ਬਾਹਰ ਦੀ ਗੱਲ ਸੋਚਦਾ ਹੈ, ਮਨ ਬਾਹਰ ਨੂੰ ਦੇਖਦਾ ਤੇ ਜਿਹੜਾ ਗੁਰਮੁਖ ਹੈ ਉਹ ਆਪਣੇ ਅੰਦਰ ਨੂੰ ਦੇਖਦਾ ਹੈ। ਉਹ ਆਪਣੇ ਮਨ ਜਿਹੜਾ ਦੂਜਿਆਂ ਦੀਆਂ ਬੁਰਾਈਆਂ ਭਾਲਦਾ ਹੈ ਉਹਨਾਂ ਨੂੰ ਕੱਢਣ ਦੇ ਵਿੱਚ ਖੁਸ਼ ਹੁੰਦਾ ਹੈ। ਗੁਰਮੁਖ ਜਿਹੜਾ ਉਹ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹੁਣ ਐਸੀ ਜਿਹੜੀ ਵਿਚਾਰ ਆ, ਐਸੇ ਜਿਹੜੇ ਪਵਿੱਤਰ ਬੋਲ ਨੇ, ਇਹ ਤਾਂ ਹੁਣ ਕਬੀਰ ਸਾਹਿਬ ਵਰਗੇ ਸਾਧੂ ਜਿਹੜੇ ਨੇ, ਜਿਹੜੇ ਸੱਚੇ ਭਗਤ ਨੇ, ਜਿਨ੍ਹਾਂ ਨੂੰ ਕਿ ਅੱਜ ਕੁੱਲ ਦੁਨੀਆ ਦੇ ਵਿੱਚ ਯਾਦ ਕੀਤਾ ਜਾ ਰਿਹਾ। ਸੋ ਉਹਨਾਂ ਦੀ ਕਾਲ ਕਮਾਈ ਦੀ ਆਪਾਂ ਵਿਚਾਰ ਸਾਂਝੀ ਕਰਦੇ ਪਏ ਹਾਂ। ਛੋਟਾ ਜਿਹਾ ਇੱਥੇ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੋ ਰਹੇ ਹਾਂ।